ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। मैं हाँ प्रवीण शर्मा लैके हाजिर हैं पंजाबी खबरां। अज दिन सोमवार 1 जुलाई 2019 17 हाड़ नानकशाही संमत 551। सो खबरां ਵੱਲ ਵਧਾਂਗੇ पर उस तो पहला नज़र मारदे ਹਾਂ ਹੁਣ तक ਦੀਆਂ ਖਾਸ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਦੇ ਨਾਲ ਕੀਤੀ ਮੁਲਾਕਾਤ। ਸ਼ਿਵ ਸੈਨਾ ਤੋਂ ਹੋ ਸਕਦੇ ਨੇ ਲੋਕ ਸਭਾ ਦੇ ਉਪ ਸਪੀਕਰ। ਭਾਰਤ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਸੰਕਟ ਹੋਇਆ ਖਤਰਨਾਕ। ਸਿਰਫ ਆਸ਼ਕ ਨੇ ਇੱਕ ਪਾਸੜ ਪਿਆਰ ਦੇ ਵਿੱਚ ਵਿਹੜੇ ਦੇ ਵਿੱਚ ਸੁੱਤੀ ਪਈ ਕੁੜੀ ਨੂੰ ਜਿਉਂਦੀ ਸਾੜਿਆ। ਧੀਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦੇਣ ਦੇ ਵਿੱਚ ਪਛੜੇ ਪੱਛਮੀ ਬੰਗਾਲ, ਯੂਪੀ ਅਤੇ ਬਿਹਾਰ। ਅਤੇ ਨਵਜੋਤ ਸਿੱਧੂ ਦੇ ਖਿਲਾਫ ਕੈਪਟਨ ਦਾ ਵਿਜੀਲੈਂਸ ਹਥਿਆਰ 1000 ਫਾਈਲਾਂ ਕੀਤੀਆਂ ਗਈਆਂ ਜ਼ਬਤ। ਹੁਣ ਖਬਰਾਂ ਤਫਸੀਲ ਦੇ ਨਾਲ ਸ਼ੁਰੂਆਤ ਕਰਾਂਗੇ ਕੌਮਾਂਤਰੀ ਖਬਰ ਤੋਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੀ ਇਤਿਹਾਸਕ ਯਾਤਰਾ ਕੀਤੀ ਹੈ। ਟਰੰਪ ਨੇ ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦਾ ਇਹ ਪਹਿਲਾ ਉੱਤਰੀ ਕੋਰੀਆ ਦੌਰਾ। ਦੋਵਾਂ ਨੇ ਮੀਡੀਆ ਕੈਮਰਿਆਂ ਦੇ ਸਾਹਮਣੇ ਇੱਕ ਦੂਜੇ ਨੂੰ ਮੁਸਕਰਾਉਂਦੇ ਹੋਏ ਗਰਮਜੋਸ਼ੀ ਦੇ ਨਾਲ ਹੱਥ ਵੀ ਮਿਲਾਇਆ ਸੀ। ਕਿਮ ਅਤੇ ਟਰੰਪ ਦੇ ਵਿਚਾਲੇ ਇਹ ਤੀਜੀ ਮੁਲਾਕਾਤ ਹੈ। ਕਿਮ ਨੇ ਉੱਤਰੀ ਕੋਰੀਆ ਦੀ ਸਰਹੱਦ ਦੇ ਵਿੱਚ ਦਾਖਲ ਹੋਣ ਦੇ ਟਰੰਪ ਦੇ ਦਿਲਾਨਾ ਫੈਸਲੇ ਤੇ ਉਹਨਾਂ ਦਾ ਧੰਨਵਾਦ ਕੀਤਾ, ਜਦਕਿ ਟਰੰਪ ਨੇ ਉਹਨਾਂ ਦੇ ਆਉਣ ਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਨਹੀਂ ਆਉਂਦੇ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਦਾ। ਕਿਮ ਨੇ ਕਿਹਾ ਕਿ ਸਾਡੇ ਦੇਸ਼ਾਂ ਦੇ ਵਿਚਾਲੇ ਦੁਸ਼ਮਣੀ ਲੰਬੇ ਇਤਿਹਾਸ ਦੇ ਬਾਵਜੂਦ ਉੱਤਰੀ ਅਤੇ ਦੱਖਣੀ ਕੋਰੀਆ ਦੇ ਵਿਚਾਲੇ ਵੱਖਵਾਦ ਦੇ ਪ੍ਰਤੀਕ ਇਸ ਸਥਾਨ ਤੇ ਸਾਡੇ ਸ਼ਾਂਤੀਪੂਰਨ ਦੋਸਤਾਨਾ ਹੱਥ ਮਿਲਾਉਣ ਦਾ ਮਤਲਬ ਹੈ ਕਿ ਇਹ ਦਿਨ ਕੱਲ੍ਹ ਦੇ ਨਾਲੋਂ ਵੱਖ ਹੈ। ਇੱਕ ਖਬਰ ਦੇ ਮੁਤਾਬਕ ਇਹ ਵੀ ਪਤਾ ਲੱਗਾ ਕਿ ਟਰੰਪ ਨੇ ਉਹਨਾਂ ਨੂੰ ਕਿਹਾ ਕਿ ਉਹ ਕਿਮ ਨੂੰ ਅਮਰੀਕਾ ਸੱਦਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿੰਦਾ। ਦੱਸਣਾ ਵੀ ਬਣਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਉੱਤਰੀ ਅਤੇ ਦੱਖਣੀ ਕੋਰੀਆ ਨੂੰ ਵੱਖ ਕਰਨ ਵਾਲੇ ਸਰਹੱਦੀ ਗੈਰ ਫੌਜੀ ਇਲਾਕੇ ਦੇ ਵਿੱਚ ਮੁਲਾਕਾਤ ਕੀਤੀ ਸੀ। ਰੁਕ ਕਰਦੇ ਹਾਂ ਭਾਰਤ ਦੀਆਂ ਖਬਰਾਂ ਦਾ। ਸ਼ੁਰੂਆਤ ਕਰਾਂਗੇ ਲੋਕ ਸਭਾ ਦੇ ਨਾਲ ਜੁੜੀ ਖਬਰ ਤੋਂ। ਲੋਕ ਸਭਾ ਦੇ ਵਿੱਚ ਉਪ ਸਪੀਕਰ ਦਾ ਅਹੁਦਾ ਐਨਡੀਏ ਦੇ ਸਹਿਯੋਗੀ ਸ਼ਿਵ ਸੈਨਾ ਨੂੰ ਮਿਲ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 17ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦਾ ਪਹਿਲਾ ਸੈਸ਼ਨ 26 ਜੁਲਾਈ ਤੱਕ ਚੱਲਣਾ। ਇਸੇ ਸੈਸ਼ਨ ਦੇ ਦੌਰਾਨ ਲੋਕ ਸਭਾ ਨੂੰ ਨਵਾਂ ਉਪ ਸਪੀਕਰ ਮਿਲੇਗਾ। ਇਸ ਅਹੁਦੇ ਨੂੰ ਲੈ ਕੇ ਅੰਦਾਜ਼ੇ ਲਾਏ ਜਾ ਰਹੇ ਸਨ। ਪਹਿਲੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਦਾਅਵਾ ਕਰ ਚੁੱਕੇ ਨੇ ਕਿ ਲੋਕ ਸਭਾ ਦਾ ਉਪ ਸਪੀਕਰ ਉਹਨਾਂ ਦੀ ਪਾਰਟੀ ਤੋਂ ਹੋਣਾ ਚਾਹੀਦਾ ਹੈ। ਹਾਲਾਂਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵਾਈਐਸਆਰ ਕਾਂਗਰਸ ਅਤੇ ਬੀਜੂ ਜਨਤਾ ਦਲ ਵੀ ਇਸ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਲ ਨੇ। ਅੰਦਾਜ਼ਿਆਂ ਦੇ ਮੁਤਾਬਕ ਸੂਤਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਵਾਈਐਸਆਰ ਕਾਂਗਰਸ ਅਤੇ ਬੀਜੂ ਜਨਤਾ ਦਲ ਨੇ ਕਿਹਾ ਕਿ ਲੋਕ ਸਭਾ ਉਪ ਸਪੀਕਰ ਦੀ ਦੌੜ ਦੇ ਵਿੱਚ ਉਹਨਾਂ ਦਾ ਕੋਈ ਵੀ ਚਿਹਰਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਸ਼ਿਵ ਸੈਨਾ ਨੇ ਐਨਡੀਏ ਸਰਕਾਰ ਤੇ ਦਬਾਅ ਬਣਾ ਕੇ ਰੱਖਿਆ ਹੋਇਆ ਤੇ ਇਸ ਅਹੁਦੇ ਦੇ ਲਈ ਉਹਨਾਂ ਦੇ ਆਗੂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਪਤਾ ਵੀ ਲੱਗਾ ਕਿ ਸ਼ਿਵ ਸੈਨਾ ਦੇ ਨਾਲ ਇਸ ਸੰਬੰਧ ਵਿੱਚ 2 ਵਾਰ ਗੱਲਬਾਤ ਹੋ ਚੁੱਕੀ ਹੈ। ਦੱਸਣਾ ਇਹ ਵੀ ਬਣਦਾ ਕਿ ਸਦਨ ਦੇ ਵਿੱਚ ਸ਼ਿਵ ਸੈਨਾ ਦੇ 18 ਐਮਪੀ ਨੇ। ਰੁਕ ਕਰਦੇ ਹਾਂ ਹੈਦਰਾਬਾਦ। ਸਿਆਸੀ ਦਲਾਂ ਦੇ ਵਰਕਰਾਂ ਅਤੇ ਨੇਤਾਵਾਂ ਦੀ ਗੁੰਡਾਗਰਦੀ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਵਿਜੇ ਵਰਗੀਆ ਦੇ ਵੱਲੋਂ ਨਗਰ ਨਿਗਮ ਦੇ ਅਧਿਕਾਰੀ ਦੀ ਕੁੱਟਮਾਰ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਇਸ ਤਰ੍ਹਾਂ ਦੀ ਘਟਨਾ ਦੱਖਣ ਭਾਰਤ ਦੇ ਤੇਲੰਗਾਨਾ ਦੇ ਵਿੱਚ ਵੀ ਸਾਹਮਣੇ ਆਈ ਹੈ। ਤੇਲੰਗਾਨਾ ਦੇ ਵਿੱਚ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਵਰਕਰਾਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਟੀਆਰਐਸ ਦੇ ਵਰਕਰਾਂ ਨੇ ਪੁਲਿਸ ਅਤੇ ਮਹਿਲਾ ਵਣ ਸੁਰੱਖਿਆ ਕਾਨੂੰਨ ਬੁਰੀ ਤਰ੍ਹਾਂ ਨਾਲ ਝੰਬ ਸੁੱਟਿਆ ਸੀ। ਇਹ ਘਟਨਾ ਸੂਬੇ ਦੇ ਕੋਮਾਰਾਮ ਭੀਮ ਅਸਫਾਬਾਦ ਜ਼ਿਲ੍ਹੇ ਦੇ ਸਿਰਪੁਰ ਕਜਨਗਰ ਇਲਾਕੇ ਦੀ ਦੱਸੀ ਗਈ ਹੈ। ਮਹਿਲਾ ਅਧਿਕਾਰੀ ਅਨੀਤਾ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਹ ਉੱਥੋਂ ਦੇ ਆਦੀਵਾਸੀ ਇਲਾਕੇ ਦੀ ਵਣ ਅਧਿਕਾਰੀ ਦੱਸੀ ਗਈ ਹੈ। ਅਨੀਤਾ ਆਪਣੇ ਸਟਾਫ ਦੇ ਨਾਲ ਸਿਰਪੁਰ ਕਜਨਗਰ ਬਲਾਕ ਦੇ ਸਰਸਲਾ ਵਣ ਪਿੰਡ ਦੇ ਵਿੱਚ ਗਈ ਸੀ। ਉੱਥੇ ਉਹਨਾਂ ਨੇ ਹਰਿਤਰ ਹਾਰਮ, ਜਿਹਨੂੰ ਕਿ ਪੌਦੇ ਲਾਉਣ ਦਾ ਅਭਿਆਨ ਵੀ ਕਹਿ ਸਕਦੇ ਹਾਂ, ਉਹਦੇ ਤਹਿਤ 20 ਏਕੜ ਜ਼ਮੀਨ ਤੇ ਖੁਦਵਾਈ ਕਰਾਉਣੀ ਸੀ। ਦੋਸ਼ ਹੈ ਕਿ ਕ੍ਰਿਸ਼ਨ ਰਾਓ ਉੱਥੇ ਕੋਈ ਸਥਾਨਕ ਲੋਕਾਂ ਦੇ ਨਾਲ ਪਹੁੰਚੇ ਸਨ। ਉਹਨਾਂ ਨੇ ਜ਼ਮੀਨ ਪੁੱਟਣ ਤੋਂ ਵਣ ਵਿਭਾਗ ਦੇ ਲੋਕਾਂ ਨੂੰ ਰੋਕ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਜ਼ਮੀਨ ਪਿੰਡ ਵਾਲਿਆਂ ਦੀ ਹੈ ਅਤੇ ਉੱਥੇ ਪੌਦੇ ਨਹੀਂ ਲਾਏ ਜਾ ਸਕਦੇ। ਪਤਾ ਲੱਗਾ ਕਿ ਮਹਿਲਾ ਅਫਸਰ ਅਨੀਤਾ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਇੱਕ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਸਨ ਅਤੇ ਉਲਟਾ ਉਸ 'ਤੇ ਹਮਲਾ ਕਰ ਦਿੱਤਾ ਸੀ। ਗੱਲ ਕਰਦੇ ਹਾਂ ਪਾਣੀ ਦੇ ਸੰਕਟ ਦੀ। ਦੇਸ਼ ਦੇ 16% ਤਹਿਸੀਲਾਂ, ਡਿਵੀਜ਼ਨਾਂ ਅਤੇ ਬਲਾਕ ਪੱਧਰੀ ਇਲਾਕਿਆਂ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਹੁਤ ਜ਼ਿਆਦਾ ਕੱਢਿਆ ਗਿਆ, ਜਦਕਿ ਦੇਸ਼ ਦੇ 4% ਇਲਾਕਿਆਂ ਦੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇੰਨਾ ਡਿੱਗ ਚੁੱਕਾ ਕਿ ਇਸ ਨੂੰ ਖਤਰਨਾਕ ਸਥਿਤੀ ਦੇ ਵਿੱਚ ਦੱਸਿਆ ਗਿਆ। ਧਰਤੀ ਹੇਠਲਾ ਪਾਣੀ ਹੱਦ ਤੋਂ ਜ਼ਿਆਦਾ ਕੱਢਣ ਵਾਲੇ ਸੂਬੇ ਪੰਜਾਬ, ਜਿਸ ਨੇ 76% ਪਾਣੀ ਕੱਢਿਆ, ਰਾਜਸਥਾਨ ਜਿਸ ਨੇ 66% ਪਾਣੀ ਕੱਢਿਆ, ਦਿੱਲੀ ਨੇ 56% ਅਤੇ ਹਰਿਆਣਾ ਨੇ 54% ਪਾਣੀ ਕੱਢ ਲਿਆ। ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਹਫ਼ਤੇ ਲੋਕ ਸਭਾ ਦੇ ਵਿੱਚ ਸਾਂਝੇ ਕੀਤੇ ਗਏ ਕੇਂਦਰੀ ਜਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਇਸ ਸਰਕਾਰੀ ਸੰਸਥਾ ਨੇ 6584 ਬਲਾਕ, ਡਿਵੀਜ਼ਨਾਂ ਅਤੇ ਤਹਿਸੀਲਾਂ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਮੁਆਇਨਾ ਕੀਤਾ। ਇਹਨਾਂ ਦੇ ਵਿੱਚੋਂ ਸਿਰਫ 4520 ਇਕਾਈਆਂ ਹੀ ਸੁਰੱਖਿਅਤ ਨੇ, ਜਦਕਿ 1034 ਇਕਾਈਆਂ ਨੂੰ ਹੱਦ ਤੋਂ ਜ਼ਿਆਦਾ ਪਾਣੀ ਕੱਢੇ ਜਾਣ ਦੀ ਸ਼੍ਰੇਣੀ ਦੇ ਵਿੱਚ ਪਾਇਆ ਗਿਆ ਹੈ। ਇਹਨਾਂ ਦੇ ਵਿੱਚ 681 ਬਲਾਕ, ਡਿਵੀਜ਼ਨਾਂ ਅਤੇ ਤਹਿਸੀਲਾਂ ਦੇ ਪਾਣੀ ਹੇਠਲੇ ਪੱਧਰ ਦੇ ਵਿੱਚ
ਅਰਧ ਖਤਰਨਾਕ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ। ਇਹ ਅੰਕੜੇ ਸਰਕਾਰ ਦੇ ਸਾਲ 2013 ਦੇ ਮੁਲਾਂਕਣ ਦੇ ਆਧਾਰ ਤੇ ਦੱਸੇ ਗਏ ਨੇ। ਸਾਲ 2013 ਦੇ ਮੁਲਾਂਕਣ ਦੇ ਮੁਤਾਬਕ ਕੁੱਲ 6584 ਬਲਾਕ, ਤਹਿਸੀਲਾਂ, ਡਿਵੀਜ਼ਨਾਂ, ਜਲ ਖੇਤਰਾਂ ਦੇ ਵਿੱਚ 17 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ 1000 ਇਕਾਈਆਂ ਦੇ ਵਿੱਚੋਂ ਬੇਹੱਦ ਜ਼ਿਆਦਾ ਪਾਣੀ ਕੱਢਿਆ ਜਾ ਚੁੱਕਿਆ ਹੈ। ਇਸੇ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੇਠਾਂ ਚਲਾ ਗਿਆ। ਸਭ ਤੋਂ ਜ਼ਿਆਦਾ ਪਾਣੀ ਕੱਢੇ ਜਾਣ ਵਾਲੇ ਉਹ ਸਥਾਨ ਕਹੇ ਜਾਂਦੇ ਨੇ ਜਿੱਥੇ ਲੰਬੀ ਮਿਆਦ ਦੇ ਵਿੱਚ ਪਾਣੀ ਦੇ ਪੱਧਰ ਦੇ ਵਿੱਚ ਕਮੀ ਦੇਖੀ ਗਈ ਹੋਵੇ। ਜਲ ਸ਼ਕਤੀ ਰਾਜ ਮੰਤਰੀ ਨੇ ਪਿਛਲੇ ਹਫ਼ਤੇ ਸੰਸਦ ਨੂੰ ਦੱਸਿਆ ਸੀ ਕਿ 253 ਇਕਾਈਆਂ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ। 681 ਨੂੰ ਅਰਧ ਗੰਭੀਰ ਅਤੇ 4520 ਇਕਾਈਆਂ ਨੂੰ ਸੁਰੱਖਿਅਤ ਦੱਸਿਆ ਗਿਆ। ਰੁਕ ਕਰਦੇ ਹਾਂ ਉੱਤਰ ਪ੍ਰਦੇਸ਼ ਦਾ। ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਵਿੱਚ ਦੇਰ ਰਾਤ ਸਿਰਫਿਰੇ ਇੱਕ ਪਾਸੜ ਪਿਆਰ ਦੇ ਵਿੱਚ ਅੰਨੇ ਹੋਏ ਆਸ਼ਕ ਨੇ ਨੇੜਲੇ ਹੀ ਘਰ ਦੇ ਵਿਹੜੇ ਦੇ ਵਿੱਚ ਸੌਂ ਰਹੀ ਲੜਕੀ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦੀ ਸਾੜ ਦਿੱਤਾ ਹੈ। ਹਸਪਤਾਲ ਲਿਆਉਂਦੇ ਸਮੇਂ ਉਸ ਦੀ ਮੌਤ ਹੋ ਗਈ ਹੈ। ਪਤਾ ਲੱਗਾ ਹੈ ਕਿ ਕੁੜੀ ਦੇ ਭਰਾ ਪਵਨ ਸੈਣੀ ਨੇ ਦੱਸਿਆ ਕਿ ਗੁਆਂਢੀ ਉਮੇਰ ਸ਼ਰਮਾ ਦੇ ਖਿਲਾਫ ਹੱਤਿਆ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਇਸ ਦੇ ਵਿੱਚ ਦੱਸਿਆ ਗਿਆ ਕਿ ਉਮੇਰ ਪਿਛਲੇ ਕਈ ਮਹੀਨਿਆਂ ਤੋਂ ਇੱਕ ਤਰਫਾ ਪਿਆਰ ਦੇ ਵਿੱਚ ਉਸ ਦੀ ਭੈਣ ਕੀਰਤੀ ਨੂੰ ਪਰੇਸ਼ਾਨ ਕਰਦਾ ਸੀ। ਇਸ ਸੰਬੰਧੀ ਪਰਿਵਾਰ ਨੇ ਕਈ ਵਾਰ ਸ਼ਿਕਾਇਤ ਕੀਤੀ ਸੀ ਪਰ ਉਸ ਦੀਆਂ ਹਰਕਤਾਂ ਬੰਦ ਨਹੀਂ ਸੀ ਹੋਈਆਂ। ਸ਼ੁੱਕਰਵਾਰ ਨੂੰ ਉਹ ਵਿਹੜੇ ਦੇ ਵਿੱਚ ਸੁੱਤੀ ਪਈ ਸੀ। ਲਗਭਗ 11 ਵਜੇ ਤੋਂ ਬਾਅਦ ਉਮੇਸ਼ ਕੰਧ ਟੱਪ ਕੇ ਘਰ ਦੇ ਵਿੱਚ ਵੜਿਆ ਸੀ ਅਤੇ ਮਿੱਟੀ ਦਾ ਤੇਲ ਪਾ ਕੇ ਉਸ ਨੇ ਕੁੜੀ ਨੂੰ ਅੱਗ ਲਾ ਦਿੱਤੀ ਸੀ। ਪਰਿਵਾਰਕ ਮੈਂਬਰਾਂ ਨੇ ਜਿਵੇਂ ਕਿਵੇਂ ਕਰਕੇ ਅੱਗ 'ਤੇ ਕਾਬੂ ਪਾਇਆ ਸੀ ਅਤੇ ਗੰਭੀਰ ਰੂਪ ਦੇ ਵਿੱਚ ਝੁਲਸੀ ਕੁੜੀ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ। ਇੱਥੋਂ ਜਵਾਬ ਮਿਲਣ 'ਤੇ ਉਹ ਅਲੀਗੜ੍ਹ ਮੈਡੀਕਲ ਕਾਲਜ ਦੇ ਵਿੱਚ ਗਏ ਸਨ ਜਿੱਥੋਂ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਸੀ। ਪਰ ਆਰਥਿਕ ਤੰਗੀ ਦੇ ਕਾਰਨ ਪਰਿਵਾਰਕ ਮੈਂਬਰ ਕੀਰਤੀ ਨੂੰ ਤੁਰੰਤ ਦਿੱਲੀ ਨਾ ਲਿਜਾ ਸਕੇ ਅਤੇ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦੱਸਣਾ ਇਹ ਵੀ ਬਣਦਾ ਕਿ ਧੀਆਂ ਨੂੰ ਸਵੈ ਰੱਖਿਆ ਦੇ ਲਈ ਤਿਆਰ ਕਰਨ ਦੇ ਲਈ ਮੁਹਿੰਮ ਨੂੰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਝਟਕਾ ਲੱਗਿਆ। ਪੱਛਮੀ ਬੰਗਾਲ ਦੇ ਵਿੱਚ ਇਸ ਨੂੰ ਲੈ ਕੇ ਜਿੱਥੇ ਕੋਈ ਕੰਮ ਨਹੀਂ ਹੋ ਸਕਿਆ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਤੈਅ ਟੀਚੇ ਤੋਂ ਕਾਫੀ ਪਿੱਛੇ ਦੱਸਿਆ ਗਿਆ। ਇੱਥੇ 45000 ਸਕੂਲਾਂ ਦੇ ਮੁਕਾਬਲੇ ਸਿਰਫ 2400 ਸਕੂਲਾਂ ਦੇ ਵਿੱਚ ਹੀ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਉੱਤਰਾਖੰਡ, ਪੰਜਾਬ, ਚੰਡੀਗੜ੍ਹ, ਤਾਮਿਲਨਾਡੂ ਵਰਗੇ ਕਈ ਸੂਬਿਆਂ ਨੇ 100% ਟੀਚਾ ਵੀ ਪੂਰਾ ਕਰ ਲਿਆ ਹੈ। ਸਕੂਲਾਂ ਦੇ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਸਵੈ ਰੱਖਿਆ ਦੇ ਲਈ ਸਿਖਲਾਈ ਦੇਣ ਤੇ ਸੂਬਿਆਂ ਦੇ ਰੁਖ ਦੀ ਜਾਣਕਾਰੀ ਸੰਸਦ ਦੇ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ। ਸੰਪੂਰਨ ਸਿੱਖਿਆ ਤਹਿਤ 2018-19 ਦੇ ਵਿੱਚ ਦੇਸ਼ ਦੇ 2,11,000 ਸਕੂਲਾਂ ਦੇ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਨੂੰ ਸਵੈ ਰੱਖਿਆ ਦੀ ਸਿਖਲਾਈ ਦਿੱਤੀ ਜਾਣੀ ਸੀ। ਕੇਂਦਰ ਸਰਕਾਰ ਨੇ ਇਸ ਦੇ ਲਈ 164 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿੱਤੀ ਮਦਦ ਵੀ ਦਿੱਤੀ ਹੈ। ਇਕੱਲੇ ਉੱਤਰ ਪ੍ਰਦੇਸ਼ ਨੂੰ ਇਸ ਦੇ ਲਈ 41 ਕਰੋੜ ਰੁਪਏ ਦਿੱਤੇ ਗਏ ਸਨ ਪਰ ਉਹ ਸਿਰਫ 2.25 ਕਰੋੜ ਹੀ ਖਰਚ ਕਰ ਸਕਿਆ। ਇਸ ਯੋਜਨਾ ਦੇ ਤਹਿਤ ਸਕੂਲਾਂ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਗੱਲ ਕਰਦਾ ਜ਼ਾਇਰਾ ਵਸੀਮ ਦੀ। ਦੰਗਲ ਗਰਲ ਜ਼ਾਇਰਾ ਵਸੀਮ ਨੇ ਘੱਟ ਉਮਰ ਅਤੇ ਘੱਟ ਸਮੇਂ ਦੇ ਵਿੱਚ ਹੀ ਆਪਣੀ ਐਕਟਿੰਗ ਦੇ ਨਾਲ ਬਾਲੀਵੁੱਡ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਹੁਣ ਉਹ ਸੋਨਾਲੀ ਬੋਲ ਦੀ ਫਿਲਮ ਦੀ ਸਕਾਈ ਇਜ਼ ਪਿੰਕ ਦੇ ਵਿੱਚ ਪਰਦੇ ਤੇ ਨਜ਼ਰ ਆਵੇਗੀ। ਹਾਲਾਂਕਿ ਹੁਣ ਉਸ ਦੇ ਇੱਕ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਦੇ ਵਿਚਾਲੇ ਹਲਚਲ ਪੈਦਾ ਕਰ ਦਿੱਤੀ ਹੈ। ਜ਼ਾਇਰਾ ਵਸੀਮ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਐਕਟਿੰਗ ਛੱਡਣ ਦਾ ਐਲਾਨ ਕੀਤਾ ਹੈ। ਜ਼ਾਇਰਾ ਨੇ ਲਿਖਿਆ ਕਿ ਬਾਲੀਵੁੱਡ ਦੇ ਵਿੱਚ ਉਸ ਦੇ 5 ਸਾਲ ਪੂਰੇ ਹੋ ਚੁੱਕੇ ਨੇ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ 5 ਸਾਲ ਪਹਿਲਾਂ ਲਏ ਗਏ ਫੈਸਲੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਸ ਨੂੰ ਸ਼ੋਹਰਤ ਅਤੇ ਲੋਕਾਂ ਦਾ ਪਿਆਰ ਮਿਲਿਆ ਹੈ। ਹਾਲਾਂਕਿ ਉਸਨੇ ਸਭ ਕੁਝ ਨਹੀਂ ਚਾਹਿਆ ਸੀ। ਉਸ ਨੇ ਲਿਖਿਆ ਕਿ ਮੈਂ ਚਾਹੇ ਇੱਥੇ ਫਿੱਟ ਹੋ ਰਹੀ ਹਾਂ ਪਰ ਮੈਂ ਇੱਥੋਂ ਦੀ ਨਹੀਂ ਹਾਂ। ਉਹਨਾਂ ਨੇ ਕਿਹਾ ਕਿ ਇਹ ਮੈਨੂੰ ਈਮਾਨ ਤੋਂ ਦੂਰ ਕਰ ਰਿਹਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ 5 ਸਫ਼ਿਆਂ ਦੀ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੁਰਾਨ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਰਸਤਾ ਉਹਨਾਂ ਨੂੰ ਅੱਲਾਹ ਤੋਂ ਦੂਰ ਕਰ ਰਿਹਾ ਹੈ। ਰੁਕ ਕਰਦੇ ਹਾਂ ਪੰਜਾਬ ਦਾ। ਦੇਸ਼ ਦੀ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਕੇਂਦਰ ਸਰਕਾਰ ਦੇ ਕੋਲ ਇਹ ਜਾਣਕਾਰੀ ਨਹੀਂ ਹੈ ਕਿ 1947 ਦੇ ਵਿੱਚ ਭਾਰਤ ਪਾਕ ਵੰਡ ਦੇ ਦੌਰਾਨ ਕਤਲੇਆਮ ਦੇ ਵਿੱਚ ਕਿੰਨੇ ਭਾਰਤੀ ਮਾਰੇ ਗਏ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਐਕਟ RTI ਦੇ ਜਵਾਬ ਦੇ ਵਿੱਚ ਦਿੱਤੀ ਹੈ। ਪਾਣੀਪਤ ਤੇ RTI ਕਾਰਕੁਨ PP ਕਪੂਰ ਨੇ ਪਿਛਲੇ ਸਾਲ 29 ਅਕਤੂਬਰ 2018 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿੱਚ RTI ਦਾਇਰ ਕਰਦਿਆਂ ਭਾਰਤ ਪਾਕਿਸਤਾਨ ਵੰਡ ਦੇ ਨਾਲ ਜੁੜੇ 8 ਬਿੰਦੂਆਂ ਦੀ ਜਾਣਕਾਰੀ ਮੰਗੀ ਸੀ। ਜਵਾਬ ਦੇ ਵਿੱਚ ਰਾਸ਼ਟਰੀ ਅਪਰਾਧ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ A ਮੋਹਨ ਕ੍ਰਿਸ਼ਨਾ ਨੇ ਕਿਸੇ ਵੀ ਬਿੰਦੂ ਦੀ ਸੂਚਨਾ ਹੋਣ ਤੋਂ ਇਨਕਾਰ ਕਰ ਦਿੱਤਾ। PP ਕਪੂਰ ਨੇ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਵੰਡ ਦੇ ਦੌਰਾਨ ਲਗਭਗ 1.5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਧਰਮ ਦੇ ਆਧਾਰ ਤੇ ਦੂਜੀ ਜਗ੍ਹਾ ਸ਼ਿਫਟ ਹੋਣਾ ਪਿਆ ਸੀ। ਇਸ ਦੌਰਾਨ ਫਿਰਕੂ ਹਿੰਸਾ ਦੇ ਵਿੱਚ 2 ਲੱਖ ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਸਨ, ਲੱਖਾਂ ਲੋਕ ਜ਼ਖਮੀ ਹੋਏ ਸਨ ਅਤੇ ਹਜ਼ਾਰਾਂ ਔਰਤਾਂ ਜ਼ਿਆਦਤੀ ਦਾ ਸ਼ਿਕਾਰ ਹੋਈਆਂ ਸਨ। ਇਸ ਤੋਂ ਸ਼ਰਮਨਾਕ ਸਥਿਤੀ ਕੀ ਹੋ ਸਕਦੀ ਹੈ ਕਿ ਕੇਂਦਰ ਸਰਕਾਰ ਦੇ ਕੋਲ ਇੰਨੇ ਸਾਲਾਂ ਬਾਅਦ ਵੀ ਵੰਡ ਦੀ ਬਲੀ ਚੜ੍ਹਾਏ ਗਏ ਲੱਖਾਂ ਬੇਦੋਸ਼ੀ ਲੋਕਾਂ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ। ਰੁਕ ਕਰਦੇ ਹਾਂ ਜਲੰਧਰ ਦਾ। ਸਥਾਨਕ ਪੁਲਿਸ ਨੇ ਜਤਿੰਦਰ ਸਿੰਘ ਨਾਂ ਦੇ ਇੱਕ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਜੋ ਕਿ ਪਿਛਲੇ 26 ਮਹੀਨਿਆਂ ਤੋਂ ਮਹਿਲਾ DSP ਦਾ ID ਕਾਰਡ ਦਿਖਾ ਕੇ ਲੋਕਾਂ ਨੂੰ ਚੂਨਾ ਲਾ ਰਿਹਾ ਸੀ। ਉਸ ਤੇ ID ਕਾਰਡ ਦਿਖਾ ਕੇ ਲੋਕਾਂ ਤੋਂ ਪੈਸੇ ਠੱਗਣ ਅਤੇ ਬਿਨਾਂ ਟੋਲ ਦਿੱਤੇ
ਗੱਡੀ ਕੱਢਣ ਦੇ ਇਲਜ਼ਾਮ ਵੀ ਨੇ। ਪੁਲਿਸ ਦੇ ਮੁਤਾਬਕ ਸੇਲ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਪਠਾਨਕੋਟ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸੇ ਦੌਰਾਨ ਕਾਲੇ ਫਿਲਮ ਵਾਲੀ ਇਨੋਵਾ ਗੱਡੀ ਨਾਕੇ ਤੋਂ ਨਿਕਲਣ ਲੱਗੀ ਸੀ। ਪੁਲਿਸ ਨੇ ਜਦੋਂ ਰੋਕ ਕੇ ਵੇਖਿਆ ਸੀ ਤਾਂ ਗੱਡੀ ਦੇ ਵਿੱਚ ਕੁਝ ਵੀ ਨਹੀਂ ਸੀ, ਪਰ ਡਰਾਈਵਰ ਦੇ ਪਰਸ ਦੇ ਵਿੱਚ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਸੀ। ਪੁੱਛਣ ਤੇ ਡਰਾਈਵਰ ਨੇ ਡੀਐਸਪੀ ਨੂੰ ਆਪਣੀ ਭਾਬੀ ਅਤੇ ਫਿਰ ਦੋਸਤ ਦੀ ਭਾਬੀ ਦੱਸਿਆ ਸੀ। ਜਦੋਂ ਪੁਲਿਸ ਨੇ ਫੋਨ ਤੇ ਗੱਲ ਕਰਵਾਉਣ ਦੇ ਲਈ ਕਿਹਾ ਸੀ ਤਾਂ ਉਸਨੇ ਕਿਹਾ ਸੀ ਕਿ ਉਹਨਾਂ ਦਾ ਮੋਬਾਈਲ ਨੰਬਰ ਨਹੀਂ ਹੈ। ਪੁਲਿਸ ਨੇ ਸਖਤੀ ਕੀਤੀ ਤਾਂ ਉਸਨੇ ਚੋਰੀ ਦੀ ਗੱਲ ਕਬੂਲ ਲਈ ਸੀ। ਮਹਿਲਾ ਡੀਐਸਪੀ ਅੰਮ੍ਰਿਤਸਰ ਤੈਨਾਤ ਨੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਕਾਰ ਦੇ ਵਿੱਚੋਂ ਉਹਨਾਂ ਦਾ ਪਰਸ ਚੋਰੀ ਹੋ ਗਿਆ ਸੀ। ਹੁਣ ਪੁਲਿਸ ਥਾਣਾ ਭੋਗਪੁਰ ਦੇ ਵਿੱਚ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ। ਗੱਲ ਕਰਦੇ ਹਾਂ ਵਿਜੀਲੈਂਸ ਦੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਵਿਚਾਲੇ ਪਿਛਲੇ ਕਰੀਬ 2 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਹੋਰ ਵਧਦੇ ਜਾ ਰਹੇ ਨੇ। ਸਿੱਧੂ ਨੇ ਹਾਲੇ ਤੱਕ ਆਪਣਾ ਨਵਾਂ ਮੰਤਰਾਲਾ ਨਹੀਂ ਸਾਂਭਿਆ ਤੇ ਉਧਰ ਉਹਨਾਂ ਦੇ ਖਿਲਾਫ ਵਿਜੀਲੈਂਸ ਹਥਿਆਰ ਦੀ ਜੰਮ ਕੇ ਵਰਤੋਂ ਹੋ ਰਹੀ ਹੈ। ਵਿਜੀਲੈਂਸ ਨੇ ਉਹਨਾਂ ਦੇ ਪੁਰਾਣੇ ਦਫ਼ਤਰ ਦੀ ਘੋਖ ਕੇ ਪੜਤਾਲ ਕੀਤੀ ਹੈ। ਬਾਰਡਰ ਰੇਂਜ ਦੀ ਵਿਜੀਲੈਂਸ ਟੀਮ ਨੇ ਨਗਰ ਨਿਗਮ ਦੇ ਵਿੱਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਸਿੱਧੂ ਦੇ ਲਈ 7.1 ਲੱਖ ਦੀ ਲਾਗਤ ਨਾਲ ਬਣੇ ਦਫ਼ਤਰ ਦੇ ਵਿੱਚ ਛਾਪਾ ਮਾਰਿਆ ਸੀ। ਟੀਮ ਨੇ ਦਫ਼ਤਰ ਤੋਂ ਸਿਵਲ ਵਰਕ ਦੇ ਨਾਲ ਸੰਬੰਧ 200 ਫਾਈਲਾਂ, ਵਰਲਡ ਸਿਟੀ ਦੇ ਵਿੱਚ ਬਣੇ 352 ਨਜਾਇਜ਼ ਹੋਟਲ, ਕੰਪਾਊਂਡ ਕੀਤੇ ਗਏ 2 ਹੋਟਲਾਂ ਦੀਆਂ ਫਾਈਲਾਂ ਅਤੇ ਇੱਕ ਹੋਰ ਕੰਮ ਨਾਲ ਜੁੜੀਆਂ 32 ਫਾਈਲਾਂ ਆਪਣੇ ਕਬਜ਼ੇ ਦੇ ਵਿੱਚ ਲਈਆਂ ਨੇ। ਉਧਰ ਇੰਪਰੂਵਮੈਂਟ ਟਰਸਟ ਦੀ ਸੇਲ ਬ੍ਰਾਂਚ ਤੋਂ 400 ਫਾਈਲਾਂ, ਵਿਕਾਸ ਅਤੇ ਹੋਰ ਕਾਰਜਾਂ ਦੇ ਨਾਲ ਸੰਬੰਧਿਤ 60 ਫਾਈਲਾਂ ਵੀ ਜ਼ਬਤ ਕੀਤੀਆਂ ਗਈਆਂ ਨੇ। ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਸਨ, ਪਰ ਇਸ ਮਾਮਲੇ ਤੇ ਉੱਥੇ ਉਹਨਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਨਹੀਂ ਕੀਤੀ ਹੈ। ਉਹ ਸਿਰਫ ਸੀਨੀਅਰ ਲੀਡਰ ਅਹਿਮਦ ਪਟੇਲ ਦੇ ਨਾਲ ਮਿਲੇ ਸਨ ਅਤੇ ਵਾਪਸ ਆ ਗਏ ਸਨ। ਇਸ ਵਿਵਾਦ ਦੇ ਹੱਲ ਦੇ ਲਈ ਰਾਹੁਲ ਗਾਂਧੀ ਨੇ ਪਟੇਲ ਨੂੰ ਜ਼ਿੰਮੇਵਾਰੀ ਸੌਂਪੀ ਸੀ। ਦੱਸਣਾ ਇਹ ਵੀ ਬਣਦਾ ਕਿ ਇਸ ਤੋਂ ਪਹਿਲਾਂ ਸਿੱਧੂ ਵੀ ਦਿੱਲੀ ਰਹਿ ਕੇ ਗਏ ਨੇ। ਇਸ ਦੇ ਨਾਲ ਹੀ ਇਹਨਾਂ ਖਬਰਾਂ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦੇ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।